हाँ जी, सत श्री अकाल। मैं मालविंਦਰ शहर ਉੱਘੇ ਕਹਾਣੀਕਾਰ ਦਰਸ਼ਨ ਜੋਗਾ ਦੀ ਕਹਾਣੀ ਲੈ ਕੇ ਹਾਜ਼ਰ ਹੋ ਰਿਹਾ ਹਾਂ। ਕਹਾਣੀ ਦਾ ਨਾਂ ਹੈ ਕੈਰਮ ਬੋਰਡ। ਗੌਰ ਫਰਮਾਉਣਾ, ਇਹ ਬੁੜਾ ਨਹੀਂ ਟਿਕਦਾ ਜਿੰਨਾ ਚਿਰ ਘਰ ਦਾ ਕੋਈ ਜੀਅ ਫਾਹਾ ਨਹੀਂ ਲੈਂਦਾ। ਛੋਟੀ ਬਹੂ ਦੇ ਕਹੇ ਜ਼ਹਿਰ ਵਰਗੇ ਬੋਲ ਕੰਨਾਂ 'ਚ ਗੂੰਜਦੇ ਹਾਲੇ ਵੀ ਦਿਮਾਗ ਸੁੰਨ ਕਰੀ ਜਾਂਦੇ ਐ। ਉਲਟਾ ਚੋਰ ਕਤਵਾਲ ਕੋ ਡਾਂਟੇ। ਮਨ 'ਚ ਆਉਂਦਾ ਮੈਂ ਮਰਦਿਆਂ ਨੂੰ ਬਚਾਉਣ ਦੇ ਹੀਲੇ ਕਰੀ ਜਾਂਦਾ ਵੀ ਜੇ ਵਾਸਦਿਆਂ 'ਚ ਰਹਿ ਜਾਈਏ। ਇਹ ਕੀ ਅੱਗ ਉਗਲਦੇ ਐ। ਤੁਹਾਡੇ 'ਚੋਂ ਕਿਸੇ ਦੇ ਮਨ 'ਚ ਹੈ ਚਿਣਕ ਮਾੜੀ ਮੋਟੀ ਕਿਸੇ ਦੀ ਜਾਨ ਬਚਾਉਣ ਦੀ? ਸਭ ਸੁਆਹ ਉਡਾਉਂਦੇ ਫਿਰਦੇ ਹੋ ਬੇਗੈਰਤ ਮਤਲਬੀ ਜਿਉਂਦੀਆਂ ਲਾਸ਼ਾਂ। ਆਪਣੇ ਆਪ ਨੂੰ ਚਤਰ ਸਮਝਦੇ ਨੇ, ਜਿਵੇਂ ਰੱਬ ਨਾਲ ਲਿਖਤ ਕਰਕੇ ਆਏ ਹੋਣ ਵੀ ਇਹਨਾਂ 'ਤੇ ਤਾਂ ਕੋਈ ਮਾੜਾ ਵਕਤ ਆ ਹੀ ਨਹੀਂ ਸਕਦਾ। ਮਨ 'ਚ ਦਇਆ ਤਾਂ ਕੀ ਆਉਣੀ ਹੈ, ਉਲਟਾ ਹੋਰ ਪੱਥਰ ਚੱਕ ਚੱਕ ਮਾਰਦੇ ਨੇ। ਫੇਰ ਜੇ ਇਹਨਾਂ ਨੂੰ ਥਾਂ ਸਿਰ ਨਾ ਕੀਤਾ ਤਾਂ ਜਿਉਣਾ ਦੁੱਭਰ ਹੋ ਜੂ। ਕੀ ਬੁੜਬੁੜ ਕਰੀ ਜਾਨਾ? ਕੁਛ ਨਹੀਂ, ਬਸ ਐਵੇਂ ਮਾੜੀ ਔਲਾਦ ਦੀਆਂ ਗੱਲਾਂ ਹੀ ਮਨ 'ਚ ਆਈ ਜਾਂਦੀਆਂ। ਹੋਰ ਤਾਂ ਕੀ ਬੁੜਬੁੜ ਕਰਨੀ ਹੈ। ਲੋਕ ਐਵੇਂ ਤਾਂ ਨਹੀਂ ਕਹਿੰਦੇ ਮਾੜਾ ਆਵੇ ਨਾ ਮਾੜਾ ਜੰਮੇ ਨਾ ਘਰਾਂ 'ਚ। ਗਰਦੈਲੋ ਦੀ ਗੱਲ ਸੁਣ ਕੇ ਉੱਬੜ ਵਾਇਆ ਵਾਂਗ ਉਸ ਦਾ ਜਵਾਬ ਦਿੰਨਾ। ਐਵੇਂ ਸੋਚ ਸੋਚ ਕੇ ਆਪ ਦਾ ਆਪ ਨਾ ਖਪਾਈ ਜਾ। ਸਾਰੀ ਉਮਰ ਇਹਨਾਂ ਨੂੰ ਪਾਲਿਆ ਸਾਂਭਿਆ, ਹੁਣ ਵੀ ਜੇ ਇਹਨਾਂ ਦੇ ਖਾਨੇ 'ਚ ਨਹੀਂ ਪੈਂਦੀ ਤੁਰੇ ਫਿਰਨ ਐਂ ਤਾਂ ਫਿਰ ਤੂੰ ਉਹੀ ਕਮਲਾ ਹੋ ਜਾਏਗਾ। ਲੰਘਾ ਲੈ 4 ਦਿਨ ਤਕੜਾ ਹੋ ਕੇ, ਮਿੰਟ 'ਚ ਬਾਂਦਰ ਜਾ ਰੁੱਸ ਜਾਂਦਾ ਹੈ। ਕਿਹੜਾ ਨਾਨਕੀ ਆਇਆ ਵੀ ਫੇਰ ਆ ਜਾਏਗਾ। ਇਹ ਤਾਂ ਆਪਦੇ ਢਿੱਡਾਂ ਦੇ ਨੇ ਸਭ। ਪਾਤੜੀ ਦੀਆਂ ਉਸਦੇ ਸੁਭਾਅ ਅਨੁਸਾਰ ਕੀਤੀਆਂ ਗੱਲਾਂ ਸੁਣ ਕੇ ਮਨ ਦੀ ਫਿਰਕੀ ਹੋਰ ਤੇਜ਼ੀ ਨਾਲ ਘੁੰਮਣ ਲੱਗਦੀ ਹੈ। ਉਹੀ ਤਾਂ ਗੱਲ ਹੈ, ਕੁਦਰਤ ਦਾ ਕਿਸੇ ਨੂੰ ਪਤਾ ਕੀ ਭਾਣਾ ਵਰਤਾ ਦੇ। ਪਲਾਂ 'ਚ ਧਰਤੀ ਅਸਮਾਨ ਇੱਕ ਹੋ ਜਾਂਦਾ ਹੈ। ਸਭ ਚੁਸਤੀਆਂ ਚਲਾਕੀਆਂ ਘੁਲ ਜਾਂਦੀਆਂ ਨੇ ਅੱਖਾਂ ਦੇ ਫੋਰ 'ਚ। ਕੁਦਰਤਾਂ ਕੀ ਜੋ ਕਰੇ ਸੋ ਕਰੇ। ਇੱਥੇ ਤਾਂ ਬੰਦੇ ਹੀ ਧਰਤੀ ਅਸਮਾਨ ਇੱਕ ਕਰੀ ਜਾਂਦੇ ਐ। ਦੱਸੋ ਕਿੱਧਰ ਨੂੰ ਜਾਈਏ, ਹੱਦ ਕਰੀ ਜਾਂਦੇ ਐ। ਮੇਰੇ ਮਗਰ ਤਾਂ ਐਂ ਪਏ ਖੜੇ ਐ ਜਿਵੇਂ ਪਟਿਆਲੇ ਵਾਲੀ ਰਿਆਸਤ ਉਜਾੜਤੀ ਹੋਵੇ ਇਹਨਾਂ ਦੀ। ਉਹਦੀ ਕੋਈ ਗੱਲ ਹੀ ਨਹੀਂ ਕਰਦਾ ਜਿਹਦੀ ਉੱਜੜ ਗਈ। ਇੱਥੋਂ ਤੱਕ ਕਿੱਥੇ ਸੋਚਦੇ ਨੇ। ਜੇ ਸੋਚਦੇ ਤਾਂ ਦੁੱਖ ਹੀ ਕਾਹਦਾ ਸੀ। ਮੈਂ ਤਾਂ ਸੋਚ ਲਿਆ ਜਿਹੜਾ ਸੋਚਣਾ ਸੀ। ਨਾੜਾਂ 'ਚ ਪੁਰਖਿਆਂ ਦਾ ਖੂਨ ਚੱਲਦਾ ਹੈ। ਇਹਨਾਂ ਵਾਂਗੂ ਖੁਦਗਰਜੀ ਤੇ ਜ਼ਹਿਰ ਥੋੜ੍ਹਾ ਹੈ ਅੰਦਰ। ਜਦੋਂ ਤੱਕ ਸਰੀਰ 'ਚ ਜਾਨ ਹੈ ਸਹੀ ਗੱਲ ਨਾਲ ਖੜੂ। ਕਰੂ ਰੱਬ ਲੱਗਦੀ ਜਿਹੜੀ ਜੱਗ ਨੂੰ ਵੀ ਭਾਵੇ। ਇਹ ਤਾਂ ਨਹੀਂ ਵੇਖਦੇ, ਦੁਨੀਆ ਤਾਂ ਵੇਖਦੀ ਹੈ, ਨਾਲੇ ਮਗਰੋਂ ਵੀ ਵੇਖੂ। ਮੈਂ ਤਾਂ ਰੋਜ਼ ਵੇਖਦਾ ਹੀ ਹਾਂ। ਕਈ ਦਿਨ ਹੋ ਗਏ ਮੈਂ ਬਾਹਰੋਂ ਆ ਕੇ ਘਰੇ ਬੈਠਿਆ ਹੀ ਸੀ। ਟੇਕ ਵੀ ਕਿੱਥੇ ਆਉਂਦੀ ਹੈ, ਕਦੇ ਘਰੇ ਕਦੇ ਬਾਹਰ। ਸਾਹਮਣੇ ਗਲੀ ਵਾਲਾ ਗੇਟ ਖੜਕਿਆ, ਨਾਲ ਦੀ ਨਾਲ ਬਰਾਂਡੇ ਵਿੱਚ ਲੱਗੀ ਘੰਟੀ ਵੀ ਵੱਜਦੀ ਹੈ। ਵੇਖਦਾ ਤਿੰਨੇ ਜਵਾਕ ਸਕੂਲ ਦੀ ਵੈਨ ਵਿੱਚੋਂ ਉਤਰ ਕੇ ਅੰਦਰ ਵੱਲ ਨੂੰ ਆ ਰਹੇ ਨੇ। ਛੋਟੇ ਮੁੰਡੇ ਦੇ ਲਵੀ ਤੇ ਜੋਤ ਦੋਵੇਂ ਭੈਣ ਭਰਾ ਤੇ ਵੱਡੇ ਕੁਲਤਾਰ ਦਾ ਮੁੰਡਾ ਆਸਵੰਤ ਤਿੰਨੇ ਸ਼ਹਿਰ ਦੇ ਮਾਡਲ ਹਾਈ ਸਕੂਲ 'ਚ ਪੜ੍ਹਦੇ ਨੇ। ਸਵੇਰੇ ਵੈਨ ਲੈ ਜਾਂਦੀ ਹੈ, ਦੁਪਹਿਰੇ ਘਰੇ ਛੱਡ ਜਾਂਦੀ ਹੈ। ਲਵੀ ਤੇ ਜੋਤ ਅੱਗੇ ਅੱਗੇ ਆਪਣੀਆਂ ਗੱਲਾਂ 'ਚ ਮਸਤ ਹੱਸਦੇ ਤੁਰੇ ਆਉਂਦੇ ਨੇ। ਆਸਵੰਤ ਹੌਲੀ ਹੌਲੀ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਆਉਂਦਾ। ਆ ਗਏ ਪੁੱਤ ਸਕੂਲੋਂ? ਕੋਲ ਪਹੁੰਚਿਆ ਤੋਂ ਆਪ ਮੁਹਾਰੇ ਹੀ ਮੇਰੇ ਮੂੰਹੋਂ ਨਿਕਲ ਆਉਂਦਾ। ਹਾਲਾਂਕਿ ਜਵਾਕ ਭਾਵੇਂ ਮੇਰੇ ਕੋਲ ਖੜ੍ਹੇ ਐ, ਫੇਰ ਵੀ ਉਹਨਾਂ ਨਾਲ ਜ਼ੁਬਾਨ ਸਾਂਝੀ ਕਰਨ ਵਜੋਂ ਪੁੱਛਦਾ ਹਾਂ। ਹਾਂ ਬਾਪੂ ਜੀ। ਲਵੀ ਤੇ ਜੋਤ ਇਕੱਠੇ ਹੀ ਜਵਾਬ ਦਿੰਦੇ ਅੰਦਰ ਲੰਘ ਜਾਂਦੇ ਨੇ। ਆਸਵੰਤ ਕੁਝ ਨਹੀਂ ਬੋਲਦਾ। ਮਨ ਅੰਦਰਲੀਆਂ ਤਾਰਾਂ ਤਾਂ ਪਹਿਲਾਂ ਹੀ ਵੱਜੀ ਜਾਂਦੀਆਂ ਸੀ। ਜਵਾਕਾਂ ਬੰਨੀ ਵੇਖ ਕੇ ਸਗੋਂ ਅੰਦਰਲਾ ਹੋਰ ਤੜਪਣ ਲੱਗ ਪਿਆ। ਆਸਵੰਤ ਦਾ ਉਦਾਸ ਚਿਹਰਾ ਮੈਨੂੰ ਅੰਦਰੋਂ ਅੰਦਰ ਹੋਰ ਉਦਾਸ ਕਰਦਾ ਹੈ। ਇਹਦੀ ਮਾਂ ਮਰੀ ਨੂੰ 5 ਸਾਲ ਹੋ ਗਏ। ਉਸਦੇ ਤੁਰ ਜਾਣ ਨੇ
ਘਰ ਪਰਿਵਾਰ ਨੂੰ ਤਾਂ ਅੰਦਰ ਤੱਕ ਤੋੜਿਆ ਹੀ ਤੋੜਿਆ। ਇਹ ਬੱਚੇ ਦਾ ਜੋ ਹਾਲ ਹੋਇਆ ਪਿਆ ਮੇਤੋਂ ਸਹਾਰਿਆ ਨਹੀਂ ਜਾਂਦਾ। ਕਿਵੇਂ ਪਲਾਂ ਵਿੱਚ ਸਰਬਜੀਤ ਸਾਡੇ ਹੱਥਾਂ 'ਚੋਂ ਕਿਰ ਗਈ। ਕੁਲਤਾਰ ਅੱਡ ਟੁੱਟ ਗਿਆ। ਸਾਰਿਆਂ ਨੇ ਸਲਾਹ ਕੀਤੀ ਕਿ ਜੋ ਨਹੀਂ ਹੋਣਾ ਸੀ ਉਹ ਹੋ ਗਿਆ, ਮੁੜ ਕੁਝ ਹੱਥ ਨਹੀਂ ਆਉਂਦਾ। ਇਹਦੀ ਜ਼ਿੰਦਗੀ ਅੱਗੇ ਤੋਰ ਲਈ ਇਹਨੂੰ ਦੁਬਾਰੇ ਪੁਰਨਿਆ ਵੀ ਚਲੋ ਸਾਰੀ ਉਮਰ ਕਿਹਦੇ ਚੁੱਲ੍ਹੇ 'ਤੇ ਰੁਲਦਾ ਫਿਰੂ, ਨਾਲੇ ਆਹ ਜਵਾਕ ਪਲ ਜੂ। ਪਰ ਕੀ ਪਤਾ ਸੀ ਵੀ ਉਹ ਕਿਹੋ ਜਿਹੀ ਉਗੜੂ ਅੱਗੇ। ਜਿੱਦੇ ਦੀ ਆਈ ਆ ਫੁੱਟੀ ਅੱਖ ਨਹੀਂ ਦੇਖਣਾ ਚਾਹੁੰਦੀ ਜਵਾਕ ਨੂੰ। ਜਵਾਕ ਤਾਂ ਜਵਾਕ ਹੈ, ਜਦੋਂ ਨਵੀਂ ਨਵੀਂ ਆਈ ਤਾਂ ਸਾਰੇ ਹੀ ਆਖਣ ਤੇਰੀ ਮੰਮੀ ਹੈ। ਇਹਦੇ ਭਰਾ ਅੱਡ ਮਾਮੇ ਬਣ ਬਣ ਬੁੱਕਲ 'ਚ ਲੈ ਨੇੜੇ ਕਰ ਕਰ ਕੇ ਦੱਸਣ ਤੇਰੀ ਮੰਮੀ ਹੈ ਆਸਵੰਤ। ਮੰਮੀ ਦਾ ਪਿਆਰ ਲੱਭਦਾ ਆਸਵੰਤ ਇੱਕ ਰਾਤ ਟੈਲੀਵਿਜ਼ਨ ਵੇਖਦਾ ਵੇਖਦਾ ਕਹੇ ਮੰਮੀ ਪਾਪਾ ਕੋਲ ਪੈਣਾ। ਇਹਨੇ ਤਾਂ ਇਹ ਜੀ ਅੜੀ ਫੜੀ ਕਹਿੰਦੀ ਜੇ ਇੱਕ ਵਾਰੀ ਗਿੱਝ ਗਿਆ ਮੈਨੂੰ ਤਾਂ ਰੋਜ਼ ਠੱਠ ਕਰੂ। ਅੱਧੀ ਰਾਤ ਕੁਲਤਾਰ ਉਂਗਲੀ ਫੜੀ ਮੇਰੇ ਮੰਜੇ ਕੋਲ ਲਈ ਖੜਾ। ਬਾਪੂ ਜੀ ਇਹਨੂੰ ਆਪਣੇ ਕੋਲ ਪਾ ਲਓ। ਮੈਂ ਸਮਝ ਗਿਆ ਜਵਾਕ ਹੁਬਕੀ ਹੁਬਕੀ ਰੋਵੇ। ਮੈਂ ਮਸਾਂ ਵਰਿਆ ਕੇ ਆਪਦੇ ਕੋਲ ਸਵਾਇਆ। ਉਹਦੇ ਦਾ ਮੇਰੇ ਕੋਲ ਜਾਂ ਆਪਣੀ ਦਾਦੀ ਕੋਲ ਸੌਂਦਾ। ਰਾਤ ਤਾਂ ਕੀ ਇਹ ਤਾਂ ਦਿਨੇ ਵੀ ਚੱਜ ਨਾਲ ਕੋਲ ਨਹੀਂ ਬੁਲਾਉਂਦੀ ਮੁੰਡੇ ਨੂੰ। ਸਕੂਲ ਵਾਸਤੇ ਦਾਦੀ ਤਿਆਰ ਕਰੇ ਜਾਂ ਨਾ ਕਰੇ, ਰੋਟੀ ਪਕਾ ਕੇ ਡੱਬੇ 'ਚ ਪਾਉਣੀ ਤਾਂ ਦੂਰ ਦੀ ਗੱਲ ਹੈ, ਉਹਦਾ ਕੋਈ ਤਾਲੁਕ ਨਹੀਂ ਜਵਾਕ ਨਾਲ। ਬਾਬਾ ਜੀ ਤੁਸੀਂ ਕੈਰਮ ਬੋਰਡ ਖੇਡ ਸਕਦੇ ਹੋ? ਆਸਵੰਤ ਦੀ ਆਵਾਜ਼ ਸੁਣ ਕੇ ਇੱਕਦਮ ਤਰਬਕ ਗਿਆ ਸਾਂ। ਉਹਨੇ ਅੰਦਰੋਂ ਆ ਕੇ ਮੈਨੂੰ ਪੁੱਛਿਆ ਸੀ, ਕੀ ਕਿਹਾ ਬੇਟਾ? ਕੈਰਮ ਬੋਰਡ? ਨਾ ਪੁੱਤ, ਮੈਨੂੰ ਤਾਂ ਇਹ ਡੀਟੀਆਂ ਚੰਗੀਆਂ ਦੀ ਜਿਹੜੀ ਗੇਮ ਹੈ ਉਹ ਸਮਝ ਨਹੀਂ। ਤੂੰ ਲਵੀਂ ਹੋਰਿਆਂ ਨਾਲ ਖੇਡ ਲੈ। ਬਾਪੂ ਜੀ ਉਹ ਤਾਂ ਕਹਿੰਦੇ ਅਸੀਂ ਤਾਂ ਦੋਵੇਂ ਖੇਡਾਂਗੇ। ਸੁਣ ਕੇ ਸਰੀਰ ਜਮਾ ਹੀ ਸੁੰਨ ਹੋ ਗਿਆ। ਪਤਾ ਤਾਂ ਮੈਨੂੰ ਪਹਿਲਾਂ ਵੀ ਲੱਗਿਆ ਸੀ ਪਰ ਅੰਦਰੇ ਅੰਦਰ ਪੀ ਜਾਂਦਾ ਸੀ। ਮਨ 'ਚ ਆਵੇ ਸਹੁਰਿਓ ਤੁਹਾਡੇ ਵੱਡਿਆਂ ਅੰਦਰੋਂ ਜਿਹੜੀ ਜ਼ਹਿਰ ਉਗਲਦੀ ਹੈ ਉਹ ਤਾਂ ਉਗਲਦੀ ਹੈ। ਹੁਣ ਜਵਾਕਾਂ ਨੂੰ ਵੀ ਦੇਤੀ ਜ਼ਹਿਰ ਦੀ ਗੁੜਤੀ। ਉਹ ਲਵੀ ਪੁੱਤ। ਮੇਰਾ ਬੋਲ ਸੁਣ ਕੇ ਵੀ ਕੋਈ ਨਹੀਂ ਆਇਆ ਸੀ, ਸਗੋਂ ਖੇਡਦੇ ਜਵਾਕਾਂ ਦੀ ਆਵਾਜ਼ ਆਉਣੋਂ ਵੀ ਬੰਦ ਹੋ ਜਾਂਦੀ ਹੈ। ਫੇਰ ਬੋਲ ਮਾਰਦਾ ਤਾਂ ਛੋਟੀ ਬਹੂ ਦੀ ਆਵਾਜ਼ ਆਈ, ਬਾਪੂ ਜੀ ਇਹ ਤਾਂ ਰੋਟੀ ਖਾ ਕੇ ਦੋਵੇਂ ਸੌਂ ਗਏ। ਮਨ 'ਚ ਆਵੇ ਐਵੇਂ ਤਾਂ ਨਹੀਂ ਕਹਿੰਦੇ ਸੁੱਤਿਆਂ ਨੂੰ ਜਗਾਇਆ ਜਾ ਸਕਦਾ, ਜਾਗਦਿਆਂ ਨੂੰ ਕੌਣ ਜਗਾਵੇ। ਇਹਨਾਂ ਗੱਲਾਂ ਦਾ ਭੰਨਿਆ ਤਾਂ ਅੱਜ ਦੁਖੀ ਹੋਇਆ ਪਿਆ। ਹਾਲੇ ਕਹਿੰਦੇ ਨੇ ਮੈਂ ਮਾੜਾ। ਲੋਕ ਤਾਂ ਯਤੀਮਖਾਨਿਆਂ 'ਚ ਜਾ ਕੇ ਬੱਚਿਆਂ ਦੀ ਮਦਦ ਕਰਕੇ ਆਉਂਦੇ ਨੇ, ਤੁਸੀਂ ਤਾਂ ਇਹਨੂੰ ਘਰ 'ਚ ਹੀ ਯਤੀਮਾਂ ਤੋਂ ਵੱਧ ਬਣਾਤਾ। ਕੱਲੀ ਮਾਂ ਤੇ ਬਿਨਾਂ ਧਿਰ ਗਏ ਤੁਹਾਡੇ ਇਹੋ ਜਿਹਿਆਂ ਦੇ। ਬਾਪੂ ਜੀ ਉਸ ਦਾ ਬੋਲ ਸੁਣ ਕੇ ਸੁੱਕੇ ਖੂਹ 'ਚੋਂ ਬਾਹਰ ਨਿਕਲਦਾ। ਹਾਂ ਪੁੱਤ, ਉਸ ਦੇ ਹੱਥੋਂ ਕੈਰਮ ਬੋਰਡ ਫੜ ਮੰਜੇ 'ਤੇ ਬਿਠਾ ਲੈਣਾ। ਉਸ ਤੋਂ ਪੁੱਛ ਕੇ ਲਾਲ ਦਮਕੜੇ ਜੇ ਤੇ ਛੋਟੇ ਛੋਟੇ ਠੋਲੇ ਜਿਹੇ ਮਾਰਨ ਲੱਗਦਾ। ਅਸਲ 'ਚ ਇਹ ਠੋਲੇ ਮਾਰ ਕੇ ਦਮਕੜੇ ਨਹੀਂ ਹਿਲਾਉਂਦਾ, ਸਗੋਂ ਲੱਗਦਾ ਜ਼ਿੰਦਗੀ ਦੇ ਦਮਕੜਿਆਂ ਨੂੰ ਠੋਲੇ ਮਾਰ ਮਾਰ ਅੱਗੇ ਨੂੰ ਰਿਸਕਾ ਰਿਹਾ ਤਾਂ ਕਿ ਗੱਲ ਕਿਸੇ ਤਣ ਪੱਤਣ ਲੱਗ ਜਾਵੇ। ਆਸਵੰਤ ਮੇਰੇ ਪੁੱਠੇ ਸਿੱਧੇ ਨਿਸ਼ਾਨੇ ਵੇਖ ਕੇ ਹੱਸਦਾ। ਬਾਪੂ ਜੀ ਸਾਹਮਣੇ ਵਾਲੀਆਂ ਡੀਟੀਆਂ ਨੂੰ ਡੱਬੀ 'ਚ ਪਾਉਣਾ, ਨਿਸ਼ਾਨਾ ਸਿੱਧਾ ਲਾਓ। ਮੈਂ ਕਿਹਾ ਵੇਖਦਾ ਜਾ, ਡੱਬੀ 'ਚ ਹੀ ਪਾਊਂ, ਪਿੱਛੇ ਨਹੀਂ ਮੁੜਨ ਦਿੰਦਾ। ਉਹ ਮੇਰੀ ਗੱਲ ਸੁਣ ਕੇ ਫੇਰ ਉੱਚੀ ਉੱਚੀ ਹੱਸਦਾ। ਇਹੋ ਹਾਸਾ ਵੇਖਣ ਲਈ ਹੀ ਤਰਲੇ ਮਾਰਦਾ। ਪੜ੍ਹਨ ਵੇਲੇ ਮੋਹਨ ਸਿੰਘ ਦੀ ਮਾਂ ਵਰਗਾ ਘਣਛਾਵਾਂ ਬੂਟਾ ਕਵਿਤਾ ਦੀ ਯਾਦ ਆਉਂਦੀ ਹੈ। ਮਨ ਭਰਦਾ ਹੈ, ਐਵੇਂ ਥੋੜ੍ਹਾ ਲਿਖਦੇ ਨੇ ਕਵੀ, ਸੱਚ ਹੁੰਦਾ ਜ਼ਿੰਦਗੀ ਦਾ। ਮਨ 'ਚ ਆਉਂਦੀ ਡੀਟੀਆਂ ਦੇ ਤਣ ਪੱਤਣ ਵਾਲੀ ਗੱਲ ਛੋਟੇ ਤੇ ਉਹਦੀ ਬਹੂ ਨਾਲ ਕੀਤੀ ਤਾਂ ਛੋਟਾ ਤਾਂ ਹਾਲੇ ਬੋਲਣ ਹੀ ਲੱਗਦਾ ਸੀ। ਉਸ ਤੋਂ ਪਹਿਲਾਂ ਚਾਰੇ ਪੈਰ ਚੱਕ ਕੇ ਬਹੂ ਹੋਰ ਹੀ ਅਰਲੀਆਂ ਚੜ੍ਹੇ ਫਿਰਦਾ ਰਹੇ। ਜਿੰਨੇ ਜੰਮਿਆ ਉਹੀ ਸਾਹਮਣੇ। ਅਸੀਂ ਦੱਸ ਕੀ ਠੇਕਾ ਲਿਆ ਬਾਪੂ ਜੀ?
ਬਾਪੂ ਜੀ ਕੀ ਬੋਲੇ, ਸੰਗ 'ਚ ਬੋਲ ਅੜੇ ਪਏ ਨੇ। ਅੰਦਰ ਤਾਂ ਬਥੇਰਾ ਖੋਰੂ ਪੈਂਦਾ ਹੈ। ਇਹ ਬੋਲ ਤਾਂ ਚੰਗੀ ਤਰ੍ਹਾਂ ਬਾਹਰ ਕੱਢੂ ਵੇਲੇ ਸਿਰ। ਕਿਹੜਾ ਇੱਕ ਦਿਨ ਦੀ ਗੱਲ ਹੈ, ਰੋਜ਼ ਰੋਜ਼ ਦਾ ਰੇੜਕਾ ਤਾਂ ਖਤਮ ਕਰਨਾ ਹੀ ਪੈਣਾ ਹੈ। ਖੌਰੂ ਤਾਂ ਇਹ ਵੀ ਬਥੇਰਾ ਪਾਈ ਜਾਂਦੇ ਐ। ਕਈ ਦਿਨ ਹੋ ਗਏ ਛੋਟੀ ਲੱਗੀ ਪਈ ਕੋਲ ਅੰਦਰਲੇ ਛੋਟਾ ਡੌਰੂ। ਮੇਰੇ ਆਏ ਦੀ ਇਹਨਾਂ ਨੂੰ ਵਿੜਕ ਨਾ ਪਈ। ਤੀਵੀਂ ਆਖੇ ਉਹਨੂੰ ਕੀ ਐ, ਮਰ ਗਈ ਤਾਂ ਉਹ ਮਰ ਗਈ, ਇਹ ਤਾਂ ਹੋਰ ਲਿਆਇਆ। ਦੂਜਾ ਵਿਆਹ ਕਰਵਾ ਕੇ ਨਿੱਤ ਨਵਾਂ ਨਵੇਲਾ ਬਣਿਆ ਸਵਾਦ ਲੈਂਦਾ ਫਿਰਦਾ। ਔਲਾਦ ਕੋਈ ਹੋਰ ਸਾਂਭੂ। ਪਹਿਲਾਂ ਸੋਚਣਾ ਸੀ ਨਵੀਂ ਨਾਰ ਲਿਆਉਣ ਵੇਲੇ ਅਸੀਂ ਆਪਦੇ ਸਾਂਭੀਏ ਕਿ ਇਹਦੇ ਨੂੰ। ਜਿਹੜੀ ਲੈਂਦੀ ਹੈ ਮਾਲਕਣ ਬਣਾ ਕੇ ਉਹਨੂੰ ਕਹੇ। ਉਹ ਤਾਂ ਸਾਰਾ ਦਿਨ ਨਹਾ ਧੋ ਕੇ ਪਲੰਗ 'ਤੇ ਚੜ੍ਹੀ ਰਹਿੰਦੀ ਹੈ, ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੀ। ਦੋਵੇਂ ਲੱਤਾਂ ਜੋੜ ਕੇ ਛੜਾਂ ਮਾਰਦੀ ਤੋਂ ਡਰ ਲੱਗਦਾ ਹੈ ਸਭ ਨੂੰ। ਨਹੀਂ ਸਾਂਭਦੀ ਤਾਂ ਆਪ ਸਾਂਭੇ। ਨਾਲੇ ਹੁਣ ਤਾਂ ਬੋਤੇ ਵਰਗਾ ਹੋਇਆ ਫਿਰਦਾ। ਬੁੜਾ ਗੱਲ ਗੱਲ 'ਤੇ ਕਹੇ ਜਵਾਕ ਹੈ। ਸੁਣ ਕੇ ਸੁਣ ਹੋ ਗਿਆ ਸਾਂ, ਬੋਲ ਕੁਛ ਨਾ ਸਕਿਆ। ਚੁੱਪ ਕਰਕੇ ਅੰਦਰ ਬੈਠਕ 'ਚ ਆ ਡਿੱਗਿਆ। ਮਨ 'ਚ ਆਵੇ ਉਹ ਮਾੜੀਆਂ ਨੀਤਾਂ ਵਾਲਿਓ, ਸੋਥੋਂ ਕੀ ਇਹ ਦੋ ਦੋ ਜੋੜ ਕੇ ਖਾਣ ਨੂੰ ਮੰਗਦਾ। ਤੁਸੀਂ ਪਿਆਰ ਨਾਲ ਇਹਨੂੰ ਬੁਲਾ ਲਓ, ਕੀ ਘਟ ਜੂ ਤੁਹਾਡਾ। ਇੱਕ ਮਿੱਠੀ ਜ਼ੁਬਾਨ ਦੇ ਬੋਲਾਂ ਨਾਲ ਇਸ ਜਵਾਕ ਦੀ ਜ਼ਿੰਦਗੀ ਸੋਹਣੀ ਤੁਰਦੀ ਰਹੂ। ਪਰ ਨਾ ਕਿੱਥੇ, ਜ਼ਿੰਦਗੀ ਤੋਰਨ ਵਾਲੇ ਚਾਲੇ ਇਹਨਾਂ ਦੇ ਕਿੱਥੇ ਨੇ। ਇੱਕ ਦਿਨ ਸਕੂਲ ਜਾਂਦੀ ਨੂੰ ਮੈਂ ਸੁਭਾਵਕ ਪੁੱਛ ਬੈਠਾ, ਆਸਵੰਤ ਰੋਟੀ ਵਾਲਾ ਡੱਬਾ ਪਾ ਲਿਆ ਬੈਗ 'ਚ? ਤਾਂ ਅੰਦਰੋਂ ਕੜਕ ਦੀ ਆਵਾਜ਼ ਆਈ, ਬਹੁਤਾ ਫਿਕਰ ਹੈ ਤਾਂ ਆਰਡਰ ਰਸੋਈ ਰੱਖ ਲਓ ਇਸ ਸਾਹਿਬਜ਼ਾਦੇ ਲਈ। ਇੱਕ ਬੋਲਿਆ ਨਹੀਂ ਗਿਆ। ਮਨ 'ਚ ਆਵੇ ਤਾਂ ਮੁੱਕ ਗਈ ਤਾਂ ਆਰਡਰ ਰਸੋਈਆਂ ਰੱਖਣ ਨੂੰ ਪੱਕਦੀਆਂ। ਉਹਦੇ ਹੁੰਦੇ ਕਿੰਨਾ ਕੁ ਕਿਹਾ ਸੀ ਤੈਨੂੰ। ਆਪੇ ਸਜਾ ਸਵਾਰ ਕੇ ਤੋਰਦੀ ਸੀ। ਮੈਂ ਤਾਂ ਹੈਰਾਨ ਇਸ ਗੱਲ 'ਤੇ ਹਾਂ ਵੀ ਕਿਵੇਂ ਸੂਬੀ ਦੇ ਸੱਪ ਬਣੇ ਬੈਠੇ ਨੇ। ਜਵਾਕ ਨਾਲ ਬੋਲਣਾ ਹੀ ਪਾਪ ਸਮਝਦੇ ਐ, ਜਿਵੇਂ ਕਿਤੇ ਪਿੱਟੇ ਜਾਣਗੇ। ਕੱਲਾ ਆਪ ਬੋਲਣਾ ਹੀ ਨਹੀਂ, ਦੂਜੇ ਦੀ ਬੋਲ ਕੇ ਕਹੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਪਿਛਲੇ ਸਾਲ ਪੜ੍ਹਨ ਵਾਲੇ ਜਵਾਕਾਂ ਦੇ ਜਦੋਂ ਨਤੀਜੇ ਆਏ, ਨਵੀਆਂ ਜਮਾਤਾਂ 'ਚ ਦਾਖਲ ਹੋਣੇ ਸੀ। ਅੱਜ ਕੱਲ੍ਹ ਦੇ ਸਕੂਲਾਂ ਦੀ ਜਿਹੜੀ ਪੜ੍ਹਾਈ ਹੈ ਉਹ ਤਾਂ ਕਿਸੇ ਜਵਾਕ ਦੇ ਤਣ ਪੱਤਨ ਲੱਗਣ 'ਤੇ ਨਹੀਂ ਪਤਾ ਲੱਗਦਾ। ਕਿਤਾਬਾਂ ਅਤੇ ਫੀਸਾਂ ਮੂੰਹੇ ਲੋਕ ਖੁੰਗਲ ਕੀਤੇ ਪਏ ਐ। ਛੋਟਾ ਤੇ ਬਹੂ ਆਪਦੇ ਜਵਾਕਾਂ ਵਾਸਤੇ ਕਿਤਾਬਾਂ ਲੈਣ ਜਾਂਦੇ ਸੀ। ਕੁਲਤਾਰ ਕਹਿੰਦਾ ਆਸਵੰਤ ਦੀਆਂ ਵੀ ਲੈ ਆਇਓ, ਜਿਹੜੇ ਪੈਸੇ ਲੱਗੇ ਮੈਂ ਦੇ ਦੂੰ। ਜਦੋਂ ਘਰੇ ਮੁੜੇ ਤਾਂ ਕਹਿੰਦੇ ਇਹਦੀ ਜਮਾਤ ਦੀਆਂ ਤਾਂ ਆਈਆਂ ਨਹੀਂ। ਮੈਨੂੰ ਪਤਾ ਸੀ ਇਹਨਾਂ ਦੀ ਕਰਤੂਤ ਦਾ। ਦੂਜੇ ਦਿਨ ਆਸਵੰਤ ਦੇ ਨਾਲ ਉਸਦੇ ਸਕੂਲ ਗਿਆ। ਉਹਨਾਂ ਨੇ ਪੈਸੇ ਫੜੇ, ਉਸੇ ਵਕਤ ਸਣੇ ਬਹਿ ਕਿਤਾਬਾਂ ਫੜਾਤੀਆਂ। ਨਾਲੇ ਆਖਣ ਜੇ ਕਿਸੇ ਨੂੰ ਹੋਰ ਵੀ ਲੋੜ ਹੈ ਤਾਂ ਭੇਜ ਦਿਓ। ਮਨ 'ਚ ਆਖਾ ਭੇਜਿਆ ਤਾਂ ਪਹਿਲਾਂ ਹੀ ਸੀ ਮਾੜੀ ਔਲਾਦ ਨੂੰ। ਪਰ ਜਦੋਂ ਭਾਈ ਆਪਦੇ ਹੀ ਖੂਨ ਸਫੈਦ ਹੋ ਜਾਣ ਫਿਰ ਇਉਂ ਹੀ ਹੁੰਦਾ ਹੈ। ਆਹ ਤਾਂ ਰੱਬ ਫੜ ਛੱਡੇ ਨੇ ਇਹਨਾਂ ਨੇ, ਦੱਸ ਕਿੱਧਰ ਨੂੰ ਜਾਈਏ। ਕੁਲਤਾਰ 'ਚ ਜੇ ਮਾੜਾ ਮੋਟਾ ਕਣ ਕੰਡਾ ਹੁੰਦਾ ਤਾਂ ਮੈਂ ਐ ਨਾ ਪੁੱਛਦਾ। ਸੋਚਣ ਵਾਲੀ ਗੱਲ ਹੈ ਵੀ ਬੰਦਾ ਹੈ ਤੂੰ। ਬੰਦੇ ਨੂੰ ਬੰਦਿਆਂ ਵਾਲੀ ਗੱਲ ਤਾਂ ਦਿਖਾਉਣੀ ਚਾਹੀਦੀ ਹੈ। ਚਾਰਾ ਚਰ ਕੇ ਤਾਂ ਪਸ਼ੂ ਵੀ ਲੜ ਜਾਂਦੇ ਐ। ਪਸ਼ੂ ਤੇ ਬੰਦੇ 'ਚ ਕੋਈ ਫਰਕ ਵੀ ਦਿਸੇ ਲੱਗੇ ਵੀ ਜਿਉਂਦੇ ਆ ਨਾ, ਜਮਾ ਹੀ ਨਹੀਂ। ਬਸ ਉਹੀ ਇੱਕੋ ਗੱਲ, ਕਿਹੜਾ ਦਹਾਜੂ ਨਾਲ ਤੋਰਦਾ ਛੇਤੀ ਕਿਤੇ ਆਪਦੀ ਧੀ ਨੂੰ। ਇਹਨੂੰ ਵਰਿਆ ਤਰਿਆ ਕੇ ਰੱਖਦਾ। ਮੈਂ ਕਿਹਾ ਵਰਾਈ ਜਾ, ਆਹ ਬੱਚੇ ਦਾ ਪਾਪ ਤੁਹਾਨੂੰ ਸਾਰਿਆਂ ਨੂੰ ਮਾਰੂ। ਸਾਲੇ ਘੱਗਰੀ ਦੇ ਯਾਰ ਬਣੇ ਬੈਠੇ ਐ। ਹਰੇਕ ਜੀ ਦੀ ਰਾਹ ਸਿਰ ਦੀ ਗੱਲ ਮੰਨੇ। ਇਹ ਤਾਂ ਨਹੀਂ ਵੀ ਦਿਨ ਨੂੰ ਰਾਤ ਕਹੀ ਜਾਓ ਪਿਛਲੱਗ ਬਣ ਕੇ। ਦੱਸੋ ਤੁਹਾਡੇ ਕੀ ਦੰਦੀਆਂ ਵੱਢਦੇ, ਜਿਹੜੇ ਨਾਲ ਤੁਰੂ ਉਹੀ ਆਖੂ ਫਲਾਣੇ ਨਾਲ ਆ ਜੀ। ਜਦੋਂ ਘਰ ਦੇ ਹੀ ਫਟਕਾਰਦੇ ਐ ਤਾਂ ਬਾਹਰਲਿਆਂ ਨੂੰ ਕੀ ਦੋਸ਼ ਦੇਵਾਂ।
ਕੁਦਰਤ ਦਾ ਫਲ ਹੈ। ਇਹ ਦਰਖਤਾਂ ਨੂੰ ਤਾਂ ਨਹੀਂ ਲੱਗਦੇ, ਚੰਗੀ ਤਰ੍ਹਾਂ ਪਾਲੋਗੇ ਤਾਂ ਸੁੱਖ ਦੇਣਗੇ, ਨਹੀਂ ਬਾਅਦ 'ਚ ਝਾਕੋਗੇ ਫੜੇ ਕਾਂ ਵਾਂਗੂ, ਹੱਥ ਕੁਝ ਆਉਣਾ ਨਹੀਂ। ਕਿਹੜਾ ਪਾਲਣ ਨਾਲੇ ਪੋਸ਼ਣ। ਪਿੱਛੇ ਜੇ 2 ਮਹੀਨੇ ਹੋਏ ਆਸਵੰਤ ਦੇ ਸਕੂਲ 'ਚ ਫੰਕਸ਼ਨ ਸੀ, ਇਹਨੂੰ ਕਿਸੇ ਡਰਾਮੇ 'ਚ ਲਾਇਆ ਸੀ ਮੈਡਮਾਂ ਨੇ। ਮੈਂ ਵੀ ਖੁਸ਼ ਸੀ ਕਿ ਐਨੇ ਨਾਲ ਜਵਾਕ ਦਾ ਮਨ ਲੱਗਦਾ ਹੈ ਹੋਰ ਪਾਸੇ, ਖੁਸ਼ ਰਹੂ। ਹੱਥ ਨੇ ਘਰੇ ਬੈਠਾ ਮੈਂ ਉਡੀਕੀ ਜਾਂਦਾ ਸੀ, ਕਿਹੜੇ ਵੇਲੇ ਆਊ। ਮੇਰੀ ਸੁਰਤੀ ਬੈਣ ਬੰਨੀ ਸੀ, ਕਦੋਂ ਆ ਕੇ ਖੜੇ ਮੈਂ ਵੇਖਾਂ ਗੱਲਾਂ ਕਰਾਂ। ਪਰ ਜਦੋਂ ਘਰੇ ਆਇਆ ਇਹ ਤਾਂ ਗੁੰਮਸੁੰਮ। ਮੈਂ ਕਿਹਾ ਕੀ ਗੱਲ ਹੋ ਗਈ, ਢਿੱਲਾ ਜਿਹਾ ਲੱਗਦਾ ਹੈ। ਕਹਿੰਦਾ ਮੈਂ ਨਹੀਂ ਸਕੂਲ ਜਾਂਦਾ, ਸਾਰੇ ਜਮਾਤ ਵਾਲੇ ਮੈਨੂੰ ਚੜਾਉਂਦੇ ਐ। ਸਭ ਦੇ ਮੰਮੀ ਪਾਪਾ ਫੰਕਸ਼ਨ 'ਚ ਆਏ ਸੀ, ਮੇਰੇ ਨਾ ਤਾਂ ਪਾਪਾ ਆਏ ਨਾ ਮੰਮੀ। ਮੇਰੇ ਨਾਲ ਦੇ ਉੱਚੀ ਉੱਚੀ ਆਖਣ, ਤੇਰਾ ਪਾਪਾ ਤਾਂ ਨਵੀਂ ਮੰਮੀ ਕੋਲ ਹੀ ਰਹਿੰਦਾ, ਸਕੂਲ ਆਉਣ ਦਾ ਟਾਈਮ ਕਿੱਥੇ। ਮੈਨੂੰ ਬਹੁਤ ਸੰਗ ਆਈ, ਗੁੱਸਾ ਵੀ ਆਵੇ। ਕੋਈ ਗੱਲ ਨਹੀਂ, ਮੈਂ ਕਹੂੰ ਤੇਰੇ ਪਾਪਾ ਨੂੰ, ਸਕੂਲ ਤਾਂ ਜਾਣਾ ਹੀ ਹੈ। ਜਦੋਂ ਮੈਂ ਰਾਤ ਨੂੰ ਇਸ਼ਾਰੇ ਜੇ ਨਾਲ ਕੁਲਤਾਰ ਨੂੰ ਕਿਹਾ, ਕਦੇ ਕਦੇ ਇਹੋ ਜਿਹੇ ਵੇਲੇ ਤਾਂ ਜਾ ਆਇਆ ਕਰ ਜਵਾਕ ਦੇ ਸਕੂਲ 'ਚ, ਉਲਟਾ ਹੀ ਜਵਾਬ ਦੇਈ ਜਾਵੇ ਅਕੇ ਤੂੰ ਕਿੰਨੇ ਕੁ ਵਾਰੀ ਮੇਰੇ ਸਕੂਲ 'ਚ ਜਾਂਦਾ ਸੀ। ਮੈਂ ਕਿਹਾ ਉਦੋਂ ਹੋਰ ਸਮਾਂ ਸੀ, ਉਦੋਂ ਕਿਹੜੀਆਂ ਬੱਗੀਆਂ 'ਚ ਬੂਟ ਵਰਤੀਆਂ ਕੱਸ ਕੇ ਸਕੂਲ ਜਾਂਦੇ ਸੀ ਪਿੰਡਾਂ ਦੇ ਜਵਾਕ। ਤੂੰ ਤਾਂ ਆਪਣੇ ਦੇਸੀ ਸਕੂਲ 'ਚ ਪੜ੍ਹ ਕੇ ਨੌਕਰੀ ਲੱਗ ਗਿਆ ਭਲੇ ਵੇਲਿਆਂ 'ਚ। ਅੰਦਰ ਬੈਠੀ ਇਹਦੀ ਰਾਣੀ ਅੱਡ ਬੁੜਕੀ ਜਾਵੇ, ਬਾਪੂ ਜੀ ਸਾਰਾ ਦਿਨ ਇਹਦੇ ਨਾਲ ਹੀ ਚਿੰਬੜੇ ਤੁਰੇ ਫਿਰਦੇ ਰਹੀਏ, ਹੋਰ ਕੋਈ ਕੰਮ ਨਹੀਂ ਇਹਨਾਂ ਨੂੰ, ਸਾਰਿਆਂ ਦੇ ਜਵਾਕ ਪੜ੍ਹਦੇ ਆ। ਭਾਈ ਆਹੀ ਤਾਂ ਗੱਲ ਹੈ, ਸਾਰਿਆਂ ਦੇ ਮਾਪੇ ਹੀ ਜਾਂਦੇ ਨੇ, ਬਾਕੀ ਤੁਸੀਂ ਜਿਵੇਂ ਠੀਕ ਸਮਝਦੇ ਹੋ ਤੁਹਾਨੂੰ ਪਤਾ ਹੋਊ। ਇਹ ਚਿੰਬੜਨ ਵਾਲੀ ਗੱਲ ਸੁਣ ਕੇ ਪਰਸੋਂ ਵਾਲੀ ਗੱਲ ਮਨ 'ਚ ਫੇਰ ਆਉਂਦੀ ਹੈ। ਮੈਂ ਬੈਠਾ ਤਾਂ ਛੋਟੇ ਦਾ ਲਵੀ ਤੇ ਜੋਤ ਆ ਕੇ ਕਹਿੰਦੇ, ਬਾਪੂ ਜੀ ਅਸੀਂ ਮੰਡੀ ਜਾ ਕੇ ਆਉਣਾ ਹੈ। ਮੈਂ ਕਿਹਾ ਤੇਰਾ ਬਾਪ ਵੀ ਨਾਲ ਹੈ? ਹਾਂ ਮੇਰੀ ਮੰਮੀ ਵੀ ਨਾਲ ਹੈ। ਮੈਂ ਕਿਹਾ ਜਾਓ। ਸਾਹਮਣੇ ਵੇਖਦਾ ਛੋਟੇ ਵਿਹੜੇ 'ਚੋਂ ਲੰਘ ਕੇ ਗੇਟ ਕੋਲ ਵੱਡੇ ਬਰਾਂਡੇ 'ਚ ਢਕੀ ਖੜੀ ਕਾਰ ਦਾ ਛਾੜ ਉਤਾਰ ਕੇ ਅੰਦਰ ਬੈਠ ਗਿਆ। ਉਸ ਦੀ ਘਰ ਵਾਲੀ ਬਰੋਬਰ ਮੂਰਲੀ ਸੀਟ ਤੇ ਅੜ ਕੇ ਬੈਠੀ ਲਵੀ ਤੇ ਜੋਤ ਨੂੰ ਜਲਦੀ ਆਉਣ ਤੇ ਇਸ਼ਾਰੇ ਕਰੀ ਜਾਂਦੀ ਹੈ। ਮੇਰੇ ਵੇਖਦੇ ਵੇਖਦੇ ਕਾਰ ਹੌਲੀ ਹੌਲੀ ਦਰਵਾਜ਼ਿਓਂ ਬਾਹਰ ਹੋ ਗਈ। ਮੈਂ ਸੋਚਾਂ ਜੇ ਆਸਵੰਤ ਨੂੰ ਲੈ ਕੇ ਜਾਂਦੇ ਤਾਂ ਕੀ ਕਾਰ ਥੱਕਦੀ ਸੀ। ਇਹਨੂੰ ਵੀ ਛੁੱਟੀਆਂ ਨੇ, ਤੁਰ ਫਿਰ ਆਉਂਦਾ। ਉਹ ਵਿਚਾਰਾ ਕਦੇ ਅੰਦਰ ਕਦੇ ਬਾਹਰ ਗੇੜੇ ਜੇ ਖਾਂਦਾ ਤੁਰਿਆ ਫਿਰਦਾ ਰਿਹਾ। ਹੱਥ ਨੇ ਆਏ ਸਿੱਧੇ ਆਪਦੀ ਹਾਲੀ ਕੋਠੀ ਦੇ ਅੰਦਰ ਚਲੇ ਗਏ। ਗਲੀ ਵਾਲਾ ਵੱਡਾ ਗੇਟ ਮੂਹਰੋਂ ਇੱਕੋ ਹੈ। ਵਿਹੜੇ 'ਚੋਂ ਦੀ ਲੰਘ ਕੇ ਅੰਦਰ ਆ ਕੇ ਇੱਕੋ ਜਿਹੀਆਂ 2 ਕੋਠੀਆਂ ਮੈਂ ਪਹਿਲਾਂ ਹੀ ਬਣਾਤੀਆਂ ਸੀ। ਰੱਬ ਦਾ ਦਿੱਤਾ ਸਭ ਕੁਝ ਹੈ ਵੀ ਟਿਕੇ ਰਹਿਣ, ਪਰ ਫੇਰ ਵੀ ਕਿੱਥੇ ਟਿਕਦੇ ਨੇ। ਹਰੇਕ ਚੀਜ਼ ਦੀ ਭੁੱਖ ਦਿਨੋਂ ਦਿਨ ਵੱਧਦੀ ਤੁਰੀ ਜਾਂਦੀ ਹੈ। ਮੈਂ ਫਿਰ ਵੀ ਸੋਚਦਾ ਨਹੀਂ ਸੀ ਵੀ ਚਲੋ ਜਿਵੇਂ ਚੱਲਦਾ ਚੱਲੀ ਜਾਵੇ, ਪਰ ਹੁਣ ਚੱਲਣ ਵਾਲੀ ਗੱਲ ਰਹੀ ਨਹੀਂ। ਕੱਲ੍ਹ ਵਾਲੀ ਗੱਲ ਨੇ ਤਾਂ ਜਮਾਂ ਹੀ ਅੰਦਰ ਹਿਲਾ ਕੇ ਰੱਖਤਾ। ਜਦੋਂ ਦੁਪਹਿਰੇ ਮੈਂ ਘਰੇ ਆਇਆ, ਆਸਵੰਤ ਇਕੱਲਾ ਬੈਠਾ ਕਮਰੇ 'ਚ ਟੈਲੀਵਿਜ਼ਨ ਵੇਖੀ ਜਾਂਦਾ ਸੀ। ਕੁਛ ਡਿੱਗਣ ਦਾ ਖੜਕਾ ਸੁਣ ਕੇ ਮੈਂ ਭੱਜ ਕੇ ਕਮਰੇ ਅੰਦਰ ਗਿਆ। ਆਸਵੰਤ ਫਰਸ਼ 'ਤੇ ਛਪਾਲ ਪਿਆ ਸੀ, ਰਿਮੋਟ ਉਸਦੇ ਹੱਥਾਂ 'ਚ ਡਿੱਗਿਆ ਕੋਲ ਪਿਆ ਸੀ। ਅੱਖਾਂ ਪਤਰਾ ਗਈਆਂ ਸੀ। ਮੈਂ ਘੋਥਲ ਬਥੇਰਾ ਜ਼ੋਰ ਲਾਇਆ, ਬੋਲ ਹੀ ਨਹੀਂ ਰਿਹਾ ਸੀ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਫਟਾਫਟ ਗੁਆਂਢੀਆਂ ਦੇ ਲਵਲੀ ਨੂੰ ਬੋਲ ਮਾਰਦਾ। ਉਸੇ ਵਕਤ ਉਸਨੇ ਕਾਰ ਕੱਢੀ, ਪਾ ਕੇ ਡਾਕਟਰ ਦੇ ਲੈ ਗਏ। 2-3 ਟੀਕੇ ਫਟਾਫਟ ਲਾ ਕੇ ਨਬਜ਼ ਵੇਖ ਕੇ ਕਹਿੰਦਾ, ਠੀਕ ਹੈ, ਘਰ ਆਉਣ ਦੀ ਲੋੜ ਨਹੀਂ। ਐਵੇਂ ਕਿਸੇ ਗੱਲ ਦੇ ਬੋਝ ਨਾਲ ਦੌਰਾ ਪਿਆ। ਆਥਣ ਤਾਈਂ ਉਹਨੇ ਕੋਲ ਰੱਖਿਆ। ਹਨੇਰੇ ਜੇ ਹੋਏ ਡਾਕਟਰ ਕਹਿੰਦਾ, ਕਿੱਥੇ ਰਾਤ ਨੂੰ ਬੇਰਾਮ ਹੋਵੋਗੇ, ਸਵੇਰੇ ਆ ਕੇ ਚੈੱਕ ਕਰਵਾ ਜਾਇਓ। ਰਾਤ ਦੀ ਦਵਾਈ ਨਾਲ ਦੇ ਦਿਨਾ, ਜਿਵੇਂ ਤੁਹਾਡੀ ਰਾਏ ਜੀ। ਮਾਰਤਾ ਜਵਾਕ ਜੰਮਣ ਵਾਲਿਆਂ ਨੇ। ਪਿਓ ਤੇ ਚਾਚਾ ਚਾਚੀ ਇਹਦੇ ਵਾਸਤੇ ਤਾਂ ਦੈਂਤ ਬਣੇ ਫਿਰਦੇ ਐ। ਜਿਹੜੀ ਦੂਜੇ ਵਿਆਹ ਦੀ ਲੈਂਦੀ ਐ ਖੱਟ ਕੇ, ਉਹ ਤਾਂ ਜਵਾਕ ਨੂੰ ਘਰੇ ਦੇਖਣੀ ਨਹੀਂ ਦੋਚਦੀ। ਬੋਝ ਨਾ ਪਵੇ
ਤਾਂ ਹੋਰ ਕੀ ਹੋਊ ਡਾਕਟਰ ਸਾਹਿਬ। ਚਲੋ ਕੋਈ ਗੱਲ ਨਹੀਂ, ਇਹਨੂੰ ਸੰਭਾਲੋ, ਕਹਿ ਡਾਕਟਰ ਚੁੱਪ ਕਰ ਗਿਆ। ਲਵਲੀ ਵਾਲੀ ਕਾਰ 'ਚ ਅਸੀਂ ਘਰੇ ਆ ਗਏ। ਇਹਨਾਂ ਕਸਾਈਆਂ 'ਚੋਂ ਕੋਈ ਪਤਾ ਲੈਣ ਨਹੀਂ ਬੌੜਿਆ। ਘਰੇ ਪਹੁੰਚ ਸਭ ਆਪੋ ਆਪਣੇ ਕਮਰਿਆਂ 'ਚ ਮੌਜ ਨਾਲ ਬੈਠੇ। ਜਵਾਕ ਟੈਲੀਵਿਜ਼ਨ ਵੇਖੀ ਜਾਣ, ਆਵਾਜ਼ ਪੂਰੀ ਉੱਚੀ, ਕਿਸੇ ਨੂੰ ਕੋਈ ਫਿਕਰ ਨਹੀਂ, ਜਿਵੇਂ ਘਰੇ ਕੁਝ ਹੋਇਆ ਹੀ ਨਾ ਹੋਵੇ। ਬੁਲਾਏ ਮੈਂ ਵੀ ਨਹੀਂ। ਆਸਵੰਤ ਨੂੰ ਮੈਂ ਆਪਦੇ ਕੋਲ ਪਾ ਲਿਆ। ਇਹਦੀ ਦਾਦੀ ਨੇ ਖਿਚੜੀ ਦੇਤੀ, ਦਵਾਈ ਲੈ ਕੇ ਪੈ ਗਿਆ। ਚੁੱਪ-ਚਾਪ ਪਏ ਨੂੰ ਵੇਖ ਵੇਖ ਮਨ 'ਚ ਆਵੇ ਇਹੋ ਜਿਹੀ ਗੱਲ ਕੀ ਦਾ ਬੋਝ ਪਿਆ। ਮੈਂ ਪੁੱਛਿਆ, ਪੁੱਤ ਕੀ ਗੱਲ ਹੋ ਗਈ ਸੀ, ਤੈਨੂੰ ਪਤਾ ਨਹੀਂ ਲੱਗਿਆ? ਨਾ ਬਾਪੂ ਜੀ, ਕਹਿ ਕੇ ਫਿਰ ਚੁੱਪ ਕਰਕੇ ਪੈ ਗਿਆ। ਪਰ ਮਨ 'ਚ ਵਾਰ-ਵਾਰ ਆਈ ਜਾਵੇ, ਹੈ ਤਾਂ ਜ਼ਰੂਰ ਕੋਈ ਗੱਲ। ਕਦੇ ਸੋਚਾਂ ਇਹਨਾਂ ਕਮੂਤਾਂ ਨੇ ਹੀ ਕੋਈ ਕਰਤੂਤ ਨਾ ਕੀਤੀ ਹੋਵੇ। ਹੋਇਆ ਜਵਾਕ ਨਾਲ ਧੱਕਾ ਕੋਈ। ਇੰਨਾ ਡਰ ਤੇ ਸਹਿਮ ਤਾਂ ਨਹੀਂ ਇਸ ਉਮਰ 'ਚ, ਕੀ ਆਖੇ। ਤੜਕੇ ਉੱਠਦਾ ਹੀ ਕੁਲਤਾਰ ਮੇਰੇ ਕੋਲ ਆ ਖੜਿਆ। ਮਖਿਆ ਹੁਣ ਆਇਆ? ਰਾਤ ਦਾ ਕਿੱਥੇ ਸੀ? ਅੱਖਾਂ ਲਾਲ ਭੂਤਰਿਆ ਖੜਾ। ਜਵਾਕ ਦੀ ਕੋਈ ਗੱਲ ਹੀ ਨਹੀਂ। ਮੈਨੂੰ ਜਿਹੜਾ ਜਵਾਬ ਦਿੱਤਾ ਮੈਂ ਤਾਂ ਸੁਣ ਕੇ ਸੁੰਨ ਹੋ ਗਿਆ। ਕਹਿੰਦਾ, ਤੈਨੂੰ ਪਤਾ ਹੈ ਬੁੱਕਲ ਦਾ ਸੱਪ ਜੰਮ ਪਿਆ, ਜਿਹਨੂੰ ਦਵਾਈਆਂ ਦਵਾਉਂਦਾ ਫਿਰਦਾ, ਇਹਨੂੰ ਤਾਂ ਜ਼ਹਿਰ ਦੇਣ ਵਾਲੀ ਹੈ। ਮੈਂ ਕਿਹਾ, ਸੁਰਤ ਕਰ ਓਏ, ਤੂੰ ਗੱਲ ਦੱਸ ਕੀ ਚਾਹੁੰਦਾ ਕੀ ਹੈ? ਲੈ ਸੁਣ ਲੈ। ਕੱਲ ਸਵੇਰੇ ਮੇਰੇ ਜਾਣ ਤੋਂ ਮਗਰੋਂ ਪ੍ਰੀਤ ਨਹਾ ਕੇ ਹਟੀ, ਕਮਰੇ 'ਚ ਕੱਪੜੇ ਬਦਲਦੀ ਤੇ ਮਗਰ ਜਾ ਖੜਿਆ। ਫਿਰ ਉਹਨੇ ਕੀਤੀ ਧਰਨ ਟਿਕਾਣੇ, ਮਗਰੋਂ ਬੌਂਦਲਿਆ ਜਾ ਫਿਰਦਾ, ਆਖੇ ਇੱਥੇ ਮੇਰੀ ਕਿਤਾਬ ਪਈ ਸੀ, ਉਹ ਚੱਕਣ ਆਇਆ ਸੀ। ਵੇਖ ਲੈ ਜਿਹੜੀਆਂ ਕਿਤਾਬਾਂ ਇਹ ਪੜ੍ਹਦਾ, ਮੇਰੇ ਮੱਥੇ ਨਾ ਲਾਈ, ਮੈਥੋਂ ਮਰ ਜੂ। ਮੈਂ ਕਿਹਾ, ਸੰਗ ਮੰਨ ਓਏ, ਤੀਵਿਆਂ ਮਗਰ ਲੱਗ ਕੇ ਇਹੋ ਜਿਹੀ ਕਰਤੂਤ ਹੀ ਕਰੇਗਾ? ਇਹ ਤਾਂ ਭਲਮਾਨਸੀ ਕਰਦਾ, ਮੈਨੂੰ ਕਰਤੂਤ ਕਰਦਾ ਦੱਸਦਾ। ਮੈਂ ਤਾਂ ਪਹਿਲਾਂ ਵੀ ਕਿੰਨੇ ਵਾਰੀ ਵੇਖਦਾ ਸੀ, ਸਾਲਾ ਹੋਰ ਹੀ ਵਾਲਜੇ ਬਣਾ ਆਉਂਦਾ ਸੀ ਲੰਡੇ ਜੇ। ਇੱਕ ਦਿਨ ਕਹੇ ਮੈਂ ਦਿੱਲੀ ਜਾਊਂ ਜਮਾਤ ਦੇ ਮੁੰਡਿਆਂ ਨਾਲ, ਉਦੋਂ ਘੂਰਿਆ, ਫੇਰ ਟਿਕਿਆ ਸੀ। ਆਹੋ ਤੂੰ ਤਾਂ ਕਦੇ ਘਰੋਂ ਬਾਹਰ ਹੀ ਨਹੀਂ ਗਿਆ ਸੀ। ਇਹਦੀ ਮਾਂ ਮਰ ਗਈ, ਸਾਰੇ ਐਬ ਬੈਲ ਇਸ ਜਵਾਕ 'ਚ ਆ ਗਏ। 10ਵੀਂ 'ਚ ਪੜ੍ਹਦਾ, ਨਾਲੇ ਮਾਂ ਹੈ ਇਹਦੀ। ਕੋਈ ਹੋਰ ਹੋਵੇ ਮੰਨ ਲਈਏ। ਜਿਹੜੀਆਂ ਗੱਲਾਂ ਨੇ ਉਹਨਾਂ ਬੰਨਿਓ ਤਾਂ ਤੂੰ ਕਬੂਤਰ ਵਾਂਗੂ ਅੱਖਾਂ ਮੀਚੀ ਤੁਰਿਆ ਫਿਰਦਾ ਹੈ। ਇੱਥੇ ਪਿਆਰ ਦੇ 2 ਲਫ਼ਜ਼ ਬੋਲੇ ਨੇ, ਇਸ ਨੂੰ ਬਿਠਾਇਆ ਆਪਦੇ ਕੋਲੇ। ਜਦੋਂ ਵੀ ਮੂਹਰੇ ਆਉਂਦਾ ਵੱਢ ਖਾਣੇ ਵਾਂਗੂ ਪੈਂਦਾ। ਦੱਸ ਇਹਨੇ ਕੀ ਕਸੂਰ ਕਰਤਾ? ਇਹਨੂੰ ਸੰਭਾਲ, ਤੇਰੇ ਬਰੋਬਰ ਦੀ ਬਾਂਹ ਬਣੂ। ਜੇ ਸ਼ਰੀਕ ਬਣਾਉਣਾ ਤਾਂ ਤੇਰੀ ਮਰਜ਼ੀ, ਨਾਲੇ ਫੇਰ ਰੋਇਆ ਕਰੇਗਾ ਅੱਖਾਂ 'ਚ ਘਸੁੰਨ ਦੇ ਕੇ। ਸਾਰਾ ਦਿਨ ਤੀਵੀਂ ਦਾ ਹੋਇਆ ਰਹਿਣਾ। ਸਾਲਾ ਇੱਕ ਲੱਤ ਤੇ ਜਾਵੇ, ਗੱਲ ਹੀ ਨਾ ਸੁਣੇ। ਮੈਂ ਕਿਹਾ, ਜਾ ਤੁਰਿਆ ਫਿਰ, ਇਹ ਵੀ ਸਾਡੀ ਅੰਸ਼ ਹੈ। ਤੂੰ ਤੇ ਤੇਰੀ ਜਨਾਨੀ ਤਾਂ ਹੋਰ ਜੰਮ ਲੋਗੇ। ਇਹਦਾ ਕੌਣ ਹੈ? ਕਹਿੰਦਾ, ਮੈਨੂੰ ਨਹੀਂ ਪਤਾ, ਮੇਰੇ ਘਰੇ ਮੈਨੂੰ ਨਾ ਦਿਸੇ। ਮੈਂ ਤੈਨੂੰ ਕਹਿਤਾ, ਮੈਂ ਤਾਂ ਬੇਦਾਵੇ ਲਿਖਾਊਂ ਸਾਲੇ ਨੂੰ। ਮੈਂ ਕਿਹਾ, ਮੈਂ ਘਰੇ ਹੀ ਰੱਖੂ ਤੇ ਤੇਰੇ ਬੇਦਾਵੇ ਦਾ ਹੱਲ ਵੀ ਕਰੂੰ। ਤੂੰ ਚੱਲ ਜਿੱਥੋਂ ਤੱਕ ਚੱਲਦਾ। ਚੱਲਾਂਗੇ ਕੱਲ ਨੂੰ ਕਚਹਿਰੀ 'ਚ, ਨਾਲੇ ਪਤਾ ਲੱਗੂ ਤੇਰੇ ਵੱਡੇ ਨਾਢੂ ਖਾਂ ਦਾ। ਸੁਣ ਕੇ ਸੱਪ ਵਾਂਗੂ ਫੁੰਕਾਰੇ ਮਾਰਦਾ ਬਾਹਰ ਨੂੰ ਨਿਕਲ ਗਿਆ। ਮੈਂ ਕਿਹਾ, ਕੋਈ ਨਹੀਂ, ਆਜੂ ਵੇਲਾ, ਫੇਰ ਕਦੇ ਆ ਗੱਲ। ਐਨੀ ਨੂੰ ਛੋਟਾ ਤੇ ਛੋਟੀ ਵੀ ਵਿੜਕਾ ਲੈਂਦੇ ਆ ਗਏ। ਮੈਂ ਕਿਹਾ, ਤੁਰਦੇ ਬਣੋ, ਰਾਤ ਤਾਂ ਤੁਹਾਨੂੰ ਸਾਰਿਆਂ ਨੂੰ ਸੱਪ ਸੁੰਘ ਗਿਆ ਸੀ। ਜੇ ਜਵਾਕ ਦੀ ਜਾ ਜਾਂਦੀ ਹੋ ਜਾਂਦੀ, ਤੁਸੀਂ ਤਾਂ ਤਾੜੀਆਂ ਮਾਰਨ ਨੂੰ ਤਿਆਰ ਬੈਠੇ ਸੀ। ਹੁਣ ਪੁੱਛਦੇ ਹੋ ਕਿਵੇਂ ਐ? ਮੇਰੀ ਗੱਲ ਸੁਣ ਕੇ ਟੀਰਾ ਜਾ ਝਾਕੇ ਤੀਵੀਂ ਨੂੰ ਲੈ ਕੇ ਬਾਹਰ ਨੂੰ ਤੁਰ ਗਿਆ। ਬਾਹਰ ਨਿਕਲਦੀ ਤੀਵੀਂ ਆਖੇ, ਸਾਡਾ ਦੱਸ ਕੀ ਕਸੂਰ ਹੈ? ਇਹ ਜਾਣਨ ਪਿਓ ਪੁੱਤ ਦੋਵੇਂ। ਮਨ 'ਚ ਆਵੇ, ਜਿਹੜੀਆਂ ਛੁਰਲੀਆਂ ਛੱਡਦੀ ਫਿਰਦੀਆਂ ਮੇਰੇ ਸਭ ਨਹੁੰਆਂ 'ਚ ਹੈ, ਤੂੰ ਤੁਰਦੀ ਬਣ।
ਜਦ ਮੈਂ ਆਪਣੇ ਪੱਤੇ ਖੋਲ੍ਹੇ ਫੇਰ ਫਿਰੇਂਗੀ ਭੱਜੀ, ਆਊ ਦਿਮਾਗ ਟਿਕਾਣੇ। ਹਾਲੇ ਤਾਂ ਸੌਣ ਦੇ ਅੰਨੇ ਵਾਂਗੂ ਹਰਾ ਹੀ ਹਰਾ ਵਿਖਾਈ ਦਿੰਦਾ ਹੈ। ਐਸੀ ਬਾਜੀ ਲਾਊਂ ਵੇਖੋਗੇ। ਮੈਂ ਕੋਈ ਤਾਸ਼ ਵਾਲੀ ਸੀਪ ਦੀ ਬਾਜੀ ਨਹੀਂ ਲਾਉਂਦਾ, ਸਿਰ ਧੜ ਦੀ ਲਾਊਂ। ਅੰਦਰ ਖੌਲਦੇ ਖੂਨ ਨਾਲ ਮੇਰੇ ਬੁੱਲ ਫਰਕਦੇ ਵੇਖ ਕੇ ਗਦੈਲੋ ਵੀ ਉੱਠ ਖੜੀ ਹੈ। ਤੂੰ ਨਵੇੜ ਦੀ ਰੋਜ਼ ਰੋਜ਼ ਦੀ ਟੈਂ ਟੈਂ। ਇਹਨਾਂ ਦੁਸ਼ਟਾਂ ਦਾ ਕੀ ਪਤਾ ਹਾਲੇ ਹੋਰ ਕੀ ਕਰਨਗੇ। ਮੈਂ ਜਾਨੀ ਆ। ਸਾਹਮਣੇ ਹਵੇਲੀ 'ਚ ਗੰਦ ਵੱਜਿਆ ਪਿਆ, ਕੰਮ ਵਾਲੀ ਤੋਂ ਝਾੜ ਪੂੰਝ ਕਰਵਾਉਣੀ ਆ ਜਾ ਕੇ। ਕੱਲ ਆਸਵੰਤ ਵੀ ਉੱਥੇ ਹੀ ਟੁੱਟੇ ਜੇ ਮੰਜੇ 'ਤੇ ਪਿਆ ਰਿਹਾ ਸੀ। ਬਿਮਾਰ ਹੋਣ ਤੋਂ ਪਹਿਲਾਂ ਜਵਾਕ 'ਚ ਉਤਸ਼ਾਹ ਹੀ ਨਹੀਂ ਰਿਹਾ। ਆਹ 2-3 ਮਹੀਨਿਆਂ 'ਚ ਤਾਂ ਜਮਾਂ ਹੀ ਰੁਲ ਗਿਆ, ਨਾ ਖਾਣ ਦਾ ਨਾ ਪਹਿਨਣ ਦਾ। ਪਹਿਲਾਂ ਹਰ ਰੋਜ਼ ਬੂਟ ਪਾਲਿਸ਼ ਕਰਕੇ ਸਕੂਲ ਜਾਂਦਾ, ਹੁਣ ਮੈਂ ਵੇਖਦੀ ਹਾਂ ਐਡਾ ਐਡਾ ਮਿੱਟ ਚੜ੍ਹਿਆ ਹੁੰਦਾ ਪੈਰਾਂ 'ਤੇ। ਉਸ ਦੀਆਂ ਗੱਲਾਂ ਸੁਣ ਕੇ ਮਨ ਹੋਰ ਔਖਾ ਹੁੰਦਾ ਹੈ। ਕੀ ਦਾ ਕੀ ਬਣੀ ਜਾਂਦਾ ਹੈ। ਸਿਰਫ ਇੱਕ ਮਿੱਠੇ ਬੋਲਾਂ ਤੋਂ ਬਿਨਾਂ ਆਹ ਜਿਹੜੇ ਨਵੇਂ ਪੱਥਰ ਵਗਾਉਣ ਲੱਗ ਪਏ, ਇਹ ਤਾਂ ਕਦੇ ਮਨ 'ਚ ਹੀ ਨਹੀਂ ਆਈ ਸੀ। ਸਹੁਰਿਆ ਤੇਰੀ ਔਲਾਦ ਹੈ, ਨਾਲੇ ਜੇ ਤੁਰ ਗਿਆ ਕਿਸੇ ਪਾਸੇ ਨੂੰ ਜਰ ਲੇਗਾ। ਮੈਨੂੰ ਪਤਾ ਵੀ ਹੈ ਤੇਰੀ ਦਲੇਰੀ ਦਾ, ਪਰ ਜਿਹੜੀ ਅੰਦਰੋਂ ਪੇਚ ਕੱਸਦੀ ਹੈ ਉਸ ਦੀ ਗੱਲ ਸਿਰੇ ਰੱਖਦਾ ਹੈ। ਮੈਂ ਵੀ ਨਹੀਂ ਪਿੱਛੇ ਹਟਦਾ। ਇਸ ਘਰ 'ਚੋਂ ਤਾਂ ਕੁੱਤੇ ਰਾਜ ਰਾਜ ਜਾਂਦੇ ਐ। ਆਪਦੇ ਜਵਾਕ ਨਾਲ ਇਹ ਕੀ ਕਰੀ ਜਾਂਦਾ ਹੈ। ਵੇਖਣ ਸੁਣਨ ਵਾਲਾ ਵੀ ਤਰਾਹ ਤਰਾਹ ਕਰਦਾ ਹੈ, ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ। ਉੱਠ ਕੇ ਆਪਦਾ ਕਿਸੇ ਹੋਰ ਕੰਮਕਾਰ ਨੂੰ ਹੱਥ ਪਾ। ਇਹਨਾਂ ਨੇ ਤੇਰੇ ਕੀ ਪੱਲੇ ਪਾਉਣਾ ਹੈ। ਕਿੰਨੇ ਵਰਿਆਂ ਦਾ ਕਲਪੀ ਜਾਣਾ, ਪਿਆ ਕੋਈ ਫਰਕ। ਉਹ ਜੰਮੇ ਜਿਵੇਂ ਕਹਿੰਦਾ ਹੁੰਦੇ ਨੇ, ਪੱਥਰ 'ਤੇ ਬੂੰਦ ਪਈ ਨਾ ਪਈ। ਇਹ ਤਾਂ ਪੱਥਰ ਨੇ, ਇਹਨਾਂ ਨੂੰ ਕੋਈ ਹਮਦਰਦੀ ਨਹੀਂ। ਮੈਂ ਕਿਹਾ ਨਾ ਹੋਵੇ, ਕੱਲ੍ਹ ਨੂੰ ਆਪਦੇ ਹਿੱਸੇ ਦੀ ਇਹਦੇ ਜਵਾਕ ਦੇ ਨਾਂ ਕਰਾ ਦੂੰ। ਤੁਰੇ ਫਿਰ ਜਿਵੇਂ ਫਿਰਦੇ ਐ, ਕਰੀ ਜਾਵੇ ਬੇਦਖਲ। ਇਹਦੇ ਬੇਦਖਲ ਨਾਲ ਤਾਂ ਨਹੀਂ ਸਾਰੀ ਦੁਨੀਆ ਬਦਲ ਜੂ। ਜੇ ਇਹ ਅੜੀ ਕਰਦਾ ਆਉਂਦੀਆਂ ਮੈਨੂੰ ਵੀ ਨੇ। ਚੱਲੋ ਕਿੱਥੋਂ ਤੱਕ ਚੱਲਦੇ ਹੋ। ਆਪਦੀਆਂ ਕਹਿ ਕੇ ਮੇਰੀਆਂ ਸੁਣ ਕੇ ਉਹ ਹਵੇਲੀ ਬੰਨੀ ਤੁਰ ਗਈ। ਆਇਓ ਭੱਜ ਕੇ। ਮੈਂ ਕਿਹਾ ਕੀ ਗੱਲ ਹੋ ਗਈ। ਆਸਵੰਤ ਨੂੰ ਤਾਂ ਫੇਰ ਪਤਾ ਨਹੀਂ ਕੀ ਹੋ ਗਿਆ। ਕੱਲ੍ਹ ਵਾਂਗੂ ਉਹਦੀ ਦਾਦੀ ਦੀ ਆਵਾਜ਼ ਹੈ। ਮੈਂ ਭੱਜ ਕੇ ਹਵੇਲੀ ਬੰਨੀ ਜਾਂਦਾ, ਵੇਖਦਾ ਉਸੇ ਤਰ੍ਹਾਂ ਅੱਜ ਫੇਰ ਅੱਖਾਂ ਖੜੀਆਂ ਨੇ, ਮੂੰਹ ਰੇਤੇ 'ਚ ਲਿਬੜਿਆ ਪਿਆ। ਬਥੇਰੇ ਧੱਫੇ ਮਾਰ ਮਾਰ ਹਿਲਾਉਣਾ, ਸੁੰਨ ਪਿਆ। ਮੇਰਾ ਸਾਰਾ ਸਰੀਰ ਮੁੜਕੋ ਮੁੜਕੀ ਹੋ ਗਿਆ, ਹੱਥ ਕੰਬਣ ਲੱਗਦੇ ਐ। ਮੈਂ ਕਿਹਾ ਜਦੋਂ ਇਹ ਮੁੱਕ ਗਿਆ ਫੇਰ ਆਏਗਾ। ਕੁਲਤਾਰ ਮੇਰੀ ਗੁੱਸੇ ਭਰੀ ਭੁੱਬ ਵਰਗੀ ਆਵਾਜ਼ ਸੁਣ ਕੇ ਬਾਹਰ ਆ ਜਾਂਦਾ ਹੈ। ਅਸੀਂ ਫਟਾਫਟ ਡਾਕਟਰ ਕੋਲ ਜਾਂਦੇ ਹਾਂ। ਹਸਪਤਾਲ ਦੇ ਬੈੱਡ 'ਤੇ ਪਿਆ ਆਸਵੰਤ ਬੋਲ ਨਹੀਂ ਰਿਹਾ। ਡਾਕਟਰ ਚੈੱਕ ਕਰਕੇ ਦੱਸਦਾ ਹੈ ਬਲੱਡ ਪ੍ਰੈਸ਼ਰ ਬਹੁਤ ਵਧਿਆ ਪਿਆ। ਗਲੂਕੋਜ਼ ਦੀ ਬੋਤਲ ਉਸ ਦੀ ਬਾਂਹ ਵਿੱਚ ਨਰਸ ਨੇ ਲਾਤੀ ਹੈ। ਮਨ ਤੜਫ ਰਿਹਾ। ਡਾਢੇ ਅੱਗੇ ਬਸ ਇਹੋ ਅਰਦਾਸ ਹੈ ਕਿ ਆਸਵੰਤ ਬੋਲ ਪਏ। ਸਰੀਰ ਦੀ ਕੋਈ ਹਰਕਤ ਦਿਸੇ। ਕੁਲਤਾਰ 'ਤੇ ਅੱਡ ਗੁੱਸਾ ਆਉਂਦਾ ਹੈ। ਅੰਦਰ ਇਹਦੇ ਕੋਲ ਵੀ ਨਹੀਂ ਖੜਾ, ਬਾਹਰ ਜਾ ਖੜਿਆ। ਮੇਰੇ ਕਹਿਣ 'ਤੇ ਬੈੱਡ ਕੋਲ ਪੈਰ 'ਚ ਮਲਦਾ ਆ ਤਾਂ ਜਾਂਦਾ, ਪਰ ਐਵੇਂ ਬੰਨਿਆ ਰੁੱਧਿਆ। ਸੋਚਦਾ ਇਹਨਾਂ ਸੋਹਣਾ ਸੁਨੱਖਾ ਮੁੰਡਾ, ਲੰਮੇ ਲੰਮੇ ਗੋਰੇ ਹੱਥ, ਪਤਲੀਆਂ ਪਤਲੀਆਂ ਉਂਗਲੀਆਂ, ਲਾਲ ਰੰਗ, ਇਹਨਾਂ ਦੀਆਂ ਆਪ ਹੁਦਰੀਆਂ ਗੱਲਾਂ ਨੇ ਖਾ ਲਿਆ। ਆਸਵੰਤ ਦਾ ਬਚਪਨ ਯਾਦ ਆਉਂਦਾ ਹੈ, ਕਿਵੇਂ ਭੱਜ ਭੱਜ ਸਾਰਿਆਂ ਦੀ ਹਿੱਕ ਨਾਲ ਲੱਗ ਲੱਗ ਮੋਹ ਲੈਂਦਾ ਸੀ। ਆਹ ਕੁਲਤਾਰ ਗੇਟ ਤੋਂ ਹੀ ਹਾਕਾਂ ਮਾਰਨ ਲੱਗ ਜਾਂਦਾ। ਅੱਜ ਜਿਹੜਾ ਕਹਿੰਦਾ ਮੈਨੂੰ ਦਿਸੇ ਨਾ। ਕੁਦਰਤ ਵੀ ਕੀ ਰੰਗ ਦਿਖਾ ਦਿੰਦੀ ਹੈ। ਮਨ ਪਲ ਪਲ ਭਰਦਾ ਹੈ। ਫੇਰ ਵੀ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ। ਡਾਕਟਰ ਉਸ ਦੇ ਬੈੱਡ 'ਤੇ ਜਾ ਕੇ ਚੈੱਕ ਕਰ ਰਿਹਾ ਹੈ। ਘੰਟੇ ਮਗਰੋਂ ਆਸਵੰਤ ਨੇ ਅੱਖ ਪੱਟੀ ਹੈ। ਹਰਕਤ 'ਚ ਆਇਆ, ਸਰੀਰ ਵੀ ਦਿਸਦਾ ਹੈ। ਮਨ ਨੂੰ ਕੁਛ ਧਰਵਾਸ ਆਉਂਦਾ ਹੈ। ਡਾਕਟਰ ਦੇ ਮੂੰਹ ਬੰਨੀ ਵੇਖਦਾ ਕਿ ਕੁਛ ਬੋਲੇ। ਠੀਕ ਹੋ ਰਿਹਾ, ਘਬਰਾਓ ਨਾ। ਡਾਕਟਰ ਇੰਨਾ ਕਹਿ ਕੇ ਚਲਾ ਗਿਆ। ਇਹਦੇ ਨਾਲ ਮਨ ਹੋਰ ਟਿਕਦਾ ਹੈ, ਪਰ ਅੰਦਰ ਦੀ
ਤੁੰਬਣੀ ਉਸੇ ਤਰ੍ਹਾਂ ਲੱਗੀ ਹੋਈ ਹੈ। ਨਰਸ ਨੇ ਟੀਕਾ ਲਗਾਉਂਦਿਆਂ ਆਸਵੰਤ ਨੂੰ ਪੁੱਛਿਆ, ਕਿਵੇਂ ਠੀਕ ਹੈ? ਥਤਲਾਈ ਜ਼ੁਬਾਨ 'ਚ ਕਹਿੰਦਾ, ਹਾਂ। ਇੰਨੇ ਨਾਲ ਅੰਦਰਲੀ ਫੜਕ ਫੜਕ ਟਿਕਦੀ ਹੈ। ਪਰੇ ਹੋ ਸਟੂਲ 'ਤੇ ਬਹਿ ਜਾਂਦਾ, ਪਰ ਮਨ ਔਕਦੀਆਂ ਘਾਟੀਆਂ ਚੜ੍ਹਦਾ ਉਤਰਦਾ ਫਿਰਦਾ ਹੈ। ਸੋਚਦਾ ਜੇ ਕੋਈ ਸਿਰਾ ਲੱਭ ਜੇ ਇਸ ਗੁੰਝਲ ਦਾ, ਕਦੇ ਬਣਾ ਲੈਣਾ ਕਦੇ ਢਾਹ ਲੈਣਾ। ਇੰਨਾ ਸ਼ੁਕਰ ਹੈ ਆਸਵੰਤ ਹੋਸ਼ 'ਚ ਆ ਗਿਆ, ਗੱਲਾਂ ਕਰਦਾ ਹੈ। ਕੱਲ੍ਹ ਦੀ ਕੱਲ੍ਹ ਨਾਲ ਵੇਖੂੰ ਕੀ ਬਣਦਾ। ਤੁਹਾਨੂੰ ਡਾਕਟਰ ਸਾਹਿਬ ਨੇ ਅੰਦਰ ਬੁਲਾਇਆ। ਵੇਖਦਾ ਨਰਸ ਖੜੀ ਹੈ, ਇਸ਼ਾਰਾ ਕਰਕੇ ਕੁਲਤਾਰ ਨੂੰ ਵੀ ਅੰਦਰ ਲੈ ਜਾਣਾ। ਅੰਦਰ ਵੜਦੇ ਡਾਕਟਰ ਦੀ ਸਹਿਜ ਭਾ ਕਹੀ ਗੱਲ ਕੰਨਾਂ ਤੋਂ ਦਿਮਾਗ ਵੱਲ ਜਾਣੀ ਸ਼ੁਰੂ ਹੋ ਜਾਂਦੀ ਹੈ। ਵੇਖੋ, ਤੁਹਾਡੇ ਘਰ ਦੀ ਕਹਾਣੀ ਵੀ ਮੈਂ ਸੁਣ ਲਈ ਹੈ। ਜਿੱਥੋਂ ਤੱਕ ਦੌਰੇ ਦਾ ਜਾਂ ਬਿਮਾਰੀ ਦੀ ਗੱਲ ਹੈ, ਸਾਰੇ ਚਿੰਨ੍ਹਾਂ ਤੇ ਦੌਰਿਆਂ 'ਚੋਂ ਮੈਂ ਨੋਟ ਕੀਤਾ ਹੈ ਬੱਚਾ ਨਸ਼ੇ ਦੀ ਗ੍ਰਿਫਤ 'ਚ ਹੈ। ਆਹ ਪਤਾ ਵੀ ਨਰਸ ਨੇ ਮੈਨੂੰ ਵਿਖਾਇਆ ਹੈ, ਲੜਕੇ ਦੀ ਪੈਂਟ 'ਚੋਂ ਮਿਲਿਆ। ਹੁਣ ਅਗਲੀ ਗੱਲ ਠੀਕ ਹੋਣ ਦੀ ਹੈ। ਘਰੋਂ ਕੱਢਣ, ਬੇਦਖਲ ਕਰਨ, ਜ਼ਮੀਨ ਨਾ ਕਰਾਉਣਾ, ਇਹਦਾ ਕੋਈ ਇਲਾਜ ਨਹੀਂ। ਬੱਚਾ ਘਰ ਪਰਿਵਾਰ ਨਾਲੋਂ ਟੁੱਟਿਆ ਹੋਇਆ ਹੈ। ਘਰ ਦਾ ਸੁਖਾਵਾਂ ਮਾਹੌਲ ਤੇ ਇਹਨੂੰ ਦਿੱਤਾ ਪਿਆਰ ਮੁਹੱਬਤ ਦਵਾਈਆਂ ਤੇ ਟੀਕਿਆਂ ਨਾਲੋਂ ਵੱਧ ਕੰਮ ਕਰਨਗੇ। ਹਾਲੇ ਸ਼ੁਰੂਆਤ ਹੈ, ਸੰਭਲ ਸਕਦਾ ਹੈ। ਬਾਕੀ ਦਵਾਈ ਦਿੰਦੇ ਰਹੋ, ਲੈ ਜਾਓ, ਧਿਆਨ ਰੱਖਿਓ, ਕੱਲਾ ਨਾ ਛੱਡਿਓ। ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਸਿਰ ਚਕਰਾ ਗਿਆ, ਸਾਰਾ ਸਰੀਰ ਕੰਬਣ ਲੱਗ ਪਿਆ। ਇਹਨਾਂ ਅਣਹੋਈਆਂ ਗੱਲਾਂ ਤੋਂ ਡਰਦਾ ਹੀ ਰੋਜ਼ ਕਲਪਦਾ ਸੀ। ਹੋਰ ਇਹਨੇ ਕੀ ਰੰਗ ਲਾਉਣੇ ਸੀ? ਭੁੱਸਰ ਕੇ ਕੁਲਤਾਰ ਬੋਲਦਾ ਹੈ, ਇਹ ਤੁਹਾਡੇ ਹੀ ਕਾਰਨਾਮੇ ਰੰਗ ਲਿਆਏ ਨੇ। ਮੇਰਾ ਵੀ ਅੰਦਰੋਂ ਉਬਲਦਾ ਹੈ। ਆਪਣੇ ਆਪ ਨੂੰ ਸੰਭਾਲ ਕੇ ਕਹਿਣਾ, ਡਾਕਟਰ ਸਾਹਿਬ ਜਿਵੇਂ ਤੁਸੀਂ ਸਮਝਾਇਆ ਉਵੇਂ ਹੀ ਕਰੂੰ। ਬੱਚੇ ਤੋਂ ਵੱਧ ਮੈਨੂੰ ਕੁਛ ਨਹੀਂ ਜਹਾਨ 'ਤੇ। ਇਹਦੀ ਜ਼ਿੰਦਗਾਨੀ ਬਚਾਓ ਹਰ ਹੀਲੇ। ਦਵਾਈਆਂ ਕਿਵੇਂ ਦੇਣੀਆਂ ਸਮਝ ਕੇ ਆਸਵੰਤ ਦੇ ਬੈੱਡ ਕੋਲ ਆ ਉਸ ਨੂੰ ਬੁੱਕਰ 'ਚ ਲੈ ਲਿਆ। ਸਹਾਰਾ ਦੇ ਕੇ ਉਸ ਨੂੰ ਉਠਾਉਣ ਲਈ ਉਗਾਸਣ ਲੱਗਦਾ। ਪਿਓ ਭੈੜੇ ਮੂੰਹ ਵਾਲਾ ਪਰੇ ਕੱਛਾਂ 'ਚ ਹੱਥ ਦੇਈ ਖੜਾ। ਇਹਨੂੰ ਬੈੱਡ ਤੋਂ ਉਠਾਉਣ ਲਈ ਹਾਲੇ ਵੀ ਤਿਆਰ ਨਹੀਂ।